सत श्री अकाल, आदाब, नमस्कार, सलाम। मैं थोड़ा अपना दोस्त ते होस्ट सतमिंदर टीनू अज दा प्रोग्राम लैके थोड़ी कचहरी विच हाज़र हाँ। जिवें कि तुहानूं पता ही है कि जिहड़ा चोणां दा माहौल भखिया होया है, हर पासे जिहड़ी कड़ाके दी ठंड है उहनूं चोणां दी गर्मी ने कवर कर लिया। ते इन्हां चोणां दे विच हर तरह दा मुद्दा, हर तरह दी पार्टी, हर तरह दा जो उम्मीदवार है, कोई भी साम दाम दंड वेद दे नाल ਉਹ ਆਪਣਾ ਇੱਕ ਪੱਖ ਰੱਖ ਕੇ ਜਿੱਤਣਾ ਚਾਹੁੰਦੇ ਆ। ਲੋਕਾਂ ਨੂੰ ਭਰਮਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਚਾਹੇ ਉਹ ਰਾਜਨੀਤੀ ਧਰਮ ਦੀ ਹੋਏ, ਜਾਤ ਦੀ ਹੋਏ, ਤੇ ਚਾਹੇ ਉਹ ਜਿਵੇਂ ਕਿ ਵੱਡੀਆਂ ਪਾਰਟੀਆਂ, ਭਾਜਪਾ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਦਾ ਰਹਿੰਦਾ ਹੈ ਕਿ ਭਾਜਪਾ ਹਮੇਸ਼ਾ ਧਰਮ ਤੇ ਜਾਤ ਦੀ ਰਾਜਨੀਤੀ ਕਰਦੀ ਹੈ। ਉਹ ਕਹਿੰਦੇ ਆ ਕਿ ਇਹ ਸਿਰਫ ਹਿੰਦੂ ਮੁਸਲਿਮ। ਤੇ ਦੂਜੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਵੀ, ਜੇ ਆਪਾਂ ਚੋਣਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਧਰਮ ਜਾਤ, ਦੇਖੋ ਸ਼੍ਰੋਮਣੀ ਅਕਾਲੀ ਦਲ, ਬਾਦਲ ਔਰ ਬਸਪਾ ਦਾ ਗੱਠਜੋੜ ਉਹ ਵੀ ਇਸੇ ਕਰਕੇ ਦਿਖਾਇਆ ਗਿਆ ਕਿ ਉਹ ਇੱਕ ਜਿਹੜਾ ਪਾਰਟਿਕੂਲਰ ਜਾਤ ਹੈ ਬਹੁਜਨ ਸਮਾਜ ਦੀ, ਜੋ ਬਹੁਜਨ ਸਮਾਜ ਪਾਰਟੀ ਗੱਲ ਕਰਦੀ ਹੈ, ਉਹ ਉਹਨਾਂ ਦਾ ਜਿਹੜਾ ਇੱਕ ਕੰਬੀਨੇਸ਼ਨ ਹੋਇਆ। ਤੇ ਜੇ ਗੱਲ ਕਰੀਏ ਤੇ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ, ਉਹ ਵੀ ਇੱਕ ਉਹਦੇ ਪਿੱਛੇ ਵੀ ਇੱਕ ਦਲਿਤ ਵੋਟ ਜਿਹੜੀ ਹੈਗੀ ਉਹਦਾ ਵੋਟ ਬੈਂਕ ਹੀ ਦਿਖਾਇਆ ਗਿਆ। ਤੇ ਜੇ ਆਪਾਂ ਗੱਲ ਕਰੀਏ ਤੇ ਵੱਖਰੀ ਜਿਹੜਾ ਮੀਡੀਆ ਹੈ, ਮੀਡੀਆ ਵੀ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਇਸ ਸਮਾਜ ਨੂੰ ਵੰਡਣ ਦਾ, ਸਮਾਜ ਦੇ ਵਿੱਚ ਵੰਡੀਆਂ ਪਾਉਣ ਦਾ। ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਆ ਕਿ ਜੇ ਆਪਾਂ ਗੱਲ ਕਰੀਏ ਮਾਝਾ, ਮਾਲਵਾ ਤੇ ਦੁਆਬਾ, ਹਰ ਤਿੰਨਾਂ ਦੇ ਵੱਖਰੇ ਵੱਖਰੇ ਨੇ। ਦੁਆਬਾ ਦੇ ਵਿੱਚ ਜਿਹੜੀ ਦਲਿਤ ਜਿਹੜੀ ਆਬਾਦੀ ਬਹੁਤਾਤ ਹੋਣ ਦੇ ਕਰਕੇ ਉਹ ਉੱਥੇ ਦੁਆਬੇ ਦੇ ਵਿੱਚ ਜਿਹੜੀ ਦਲਿਤ ਰਾਜਨੀਤੀ ਦਾ ਚਿਹਰਾ ਹੈ ਜਿਹੜਾ ਅੱਗੇ ਹਮੇਸ਼ਾ ਲਿਆਂਦਾ ਜਾਂਦਾ। ਤੇ ਗੱਲ ਕਰੀਏ ਮਾਝੇ ਦੇ ਵਿੱਚ, ਮਾਝੇ ਦੇ ਵਿੱਚ ਇੱਕ ਜਿਹੜਾ ਕ੍ਰਿਸਚੀਅਨ ਧਰਮ ਹੈ ਉਹ ਹਰ ਪਾਸੇ ਫੈਲਿਆ ਹੋਇਆ ਹੈ। ਤੇ ਜੇ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਲਗਭਗ 2.25 ਕਰੋੜ ਤੋਂ ਜ਼ਿਆਦਾ ਕ੍ਰਿਸਚੀਅਨ ਰਹਿੰਦੇ ਨੇ, ਜੋ ਕਿ 2.3% ਦੇ ਲਾਗੇ ਲਗਭਗ ਆਬਾਦੀ ਬਣਦੀ ਹੈ। ਤੇ ਇਹੀ ਧਰਮ ਜਿਹੜਾ ਹੈ ਜੇ ਆਪਾਂ ਵਰਲਡ ਵਾਈਡ ਦੇਖਿਆ ਜਾਵੇ ਤੇ ਇਹ ਲਗਭਗ 40 ਬਿਲੀਅਨ ਦੇ ਲਾਗੇ, 2.40 ਬਿਲੀਅਨ ਦੇ ਲਾਗੇ ਆਬਾਦੀ, ਜੋ ਕਿ ਦੁਨੀਆ ਦੀ ਤੀਜੇ ਹਿੱਸੇ ਦੀ ਜਿਹੜੀ ਆਬਾਦੀ ਹੈ ਉਹ ਕ੍ਰਿਸਚਨ ਹੈ। ਤਾਂ ਕ੍ਰਿਸਚਨ ਦੀ ਗੱਲ ਅੱਜ ਕਰਨ ਦੀ ਚੋਣਾਂ ਦੇ ਵਿੱਚ ਸਾਨੂੰ ਕਿਉਂ ਲੋੜ ਪਈ? ਕਿਉਂਕਿ ਜਿਹੜਾ ਸਾਡਾ ਮੀਡੀਆ ਵੀ ਹੈ ਉਹ ਵੀ ਤਰ੍ਹਾਂ ਤਰ੍ਹਾਂ ਦੇ ਕਿਸੇ ਨੂੰ ਜਾਤ ਦੇ ਨਾਲ ਉਹ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿ ਅੱਜ ਉਸੇ ਮੁੱਦੇ ਤੇ ਮੇਰੇ ਨਾਲ ਗੱਲ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਬਰਨਾਰਡ ਮਲਿਕ ਜੀ, ਜੋ ਕਿ ਕ੍ਰਿਸਚੀਅਨ ਸਕਾਲਰ ਵੀ ਨੇ। ਉਹ ਅਮਰੀਕਾ ਦੇ ਵਿੱਚ ਉਹਨਾਂ ਨੇ ਕ੍ਰਿਸਚੀਅਨ, ਉਹ ਪਾਸਟਰ ਵੀ ਨੇ ਔਰ ਅਮਰੀਕਾ ਦੇ ਵਿੱਚ ਉਹ ਕ੍ਰਿਸਚੀਅਨ ਜਿਹੜੇ ਚੇਅਰ ਹੈ ਉਹਦੇ ਵੀ ਰਹੇ ਹੈ, ਰਿਪਰੈਜ਼ੈਂਟ ਰਹੇ ਹੈ। ਤੇ ਉਹਨਾਂ ਨੇ ਕਾਫੀ ਜ਼ਿਆਦਾ, ਉਹ ਇੱਕ ਜਿਵੇਂ ਹੋਰ ਵੀ ਗੱਲ ਕਵਾਂ ਤੇ ਉਹਨਾਂ ਨੇ ਕਾਫੀ ਸੰਘਰਸ਼ ਵੀ ਕੀਤਾ ਕ੍ਰਿਸਚੀਅਨ ਕਮਿਊਨਿਟੀ ਦੇ ਲਈ, ਔਰ ਉਹ ਹਮੇਸ਼ਾ ਜਦੋਜਹਿਦ ਵਿੱਚ ਲੱਗੇ ਰਹਿੰਦੇ ਆ। 24 ਘੰਟੇ ਉਹਨਾਂ ਦੇ ਵਿੱਚ ਇਹ ਪ੍ਰਣ ਲੈਂਦੇ ਆ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਕਮਿਊਨਿਟੀ ਲਈ ਕੁਝ ਕਰਾਂ। ਸੋ ਅੱਜ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਟੀਵੀ ਏਸ਼ੀਆ। ਸਤਿ ਸ਼੍ਰੀ ਅਕਾਲ ਸਰ, ਗੱਲ ਅਸੀਂ ਕਰਨ ਜਾ ਰਹੇ ਹਾਂ ਕਿ ਤੁਹਾਡਾ ਜਿਹੜਾ ਪਿਛੋਕੜ ਹੈ ਉਹ ਵੀ ਮਾਝੇ ਤੋਂ ਹੈ। ਮਾਝੇ ਤੋਂ ਹੋਣ ਦੇ ਕਰਕੇ ਮਾਝਾ ਜਿਹੜਾ ਹੈਗਾ ਮੇਨਲੀ ਵਿੱਚ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਤੇ ਅੰਮ੍ਰਿਤਸਰ, ਔਰ ਮਾਝੇ ਦੇ ਵਿੱਚ 25 ਸੀਟਾਂ। 25 ਸੀਟਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ, ਗੁਰਦਾਸਪੁਰ ਦੇ ਵਿੱਚ ਔਰ ਜਿਹੜਾ ਤਰਨਤਾਰਨ ਦੀਆਂ 4 ਸੀਟਾਂ ਕੱਢ ਦਈਏ ਤੇ ਜੇ ਕੱਢ ਦਈਏ ਆਪਾਂ ਇਹਨਾਂ ਦੀਆਂ ਅੰਮ੍ਰਿਤਸਰ ਦੀਆਂ ਲਗਭਗ 13 ਔਰ 15 ਦੇ ਲਾਗੇ, ਤੇ ਬਾਕੀ ਜਿਹੜਾ ਹੈ ਕਾਫੀ ਹਿੱਸਾ ਬਚ ਜਾਂਦਾ ਹੈ ਜਿਹਦੇ ਵਿੱਚ ਕਿ ਹਿੰਦੂ ਬਹੁਤਾਤ ਦਾ ਜਿਹੜਾ ਹਲਕਾ ਉਹ ਵੀ ਆਉਂਦਾ ਹੈ, ਪਠਾਨਕੋਟ ਸਾਈਡ, ਭੋਆ, ਉਹ ਜਿਹੜੀਆਂ, ਤੇ ਇੱਧਰ ਆ ਜਾਂਦਾ ਫਤਿਹਗੜ੍ਹ ਚੂੜੀਆਂ, ਅਜਨਾਲਾ ਤੇ ਹੋਰ ਜਿਹੜੇ ਇਹ ਹਲਕੇ ਆ। ਅੰਮ੍ਰਿਤਸਰ ਦੇ ਵਿੱਚ ਵੀ ਕਾਫੀ 10 ਤੋਂ 15,000 ਇੱਕ ਹਲਕੇ ਦੇ ਵਿੱਚ ਘੱਟੋ ਘੱਟ ਜਿਹੜੀ ਕ੍ਰਿਸਚੀਅਨ ਵੋਟ ਹੈ। ਈਵਨ ਕਾਫੀ ਹਲਕੇ ਇਹੋ ਜਿਹੇ ਨੇ ਜਿਹੜੇ ਸਾਡੇ ਅੰਕੜੇ ਆਏ ਨੇ ਜਿਨ੍ਹਾਂ ਦੀ ਜਿਹੜੀ ਬਹੁਤਾਤ ਹੈ ਅਰਾਊਂਡ 30-35,000 ਦੇ ਲਾਗੇ ਵੀ ਹੈ। ਸੋ
ਮਲਿਕ ਸਾਹਿਬ ਸਵਾਲ ਪਹਿਲਾ ਹੀ ਇਹ ਹੈ ਕਿ ਸਾਨੂੰ ਕੀ ਸਾਡੀ ਜਿਹੜੀ ਰਾਜਨੀਤੀ ਹੈ ਉਹਦੇ ਕੋਲ ਸਾਨੂੰ ਕੋਈ ਹੋਰ ਸਵਾਲ ਹੀ ਨਹੀਂ ਹੈ ਕਿ ਅਸੀਂ ਸਿਰਫ ਧਰਮ ਜਾਤ ਇਹਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ। ਚੀਨੂ ਸਾਹਿਬ ਨੇ ਬਹੁਤ ਵਧੀਆ ਸਵਾਲ ਕੀਤਾ ਤੇ ਕੱਲ ਪਰਸੋਂ ਕੋਈ ਇੰਟਰਵਿਊ ਹੋਈ ਸੀ ਜਿਹਦੇ ਵਿੱਚ ਐਂਕਰ ਨੇ ਸਵਾਲ ਪੁੱਛਿਆ ਸੀ ਕਿ ਕ੍ਰਿਸਚਨ ਧਰਮ ਦੀ ਕਨਵਰਸ਼ਨਸ ਕੋ ਜ਼ਿਆਦਾ ਹੋ ਰਹੀਆਂ ਵਾ ਇਸ ਵੇਲੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਜੀ। ਤੇ ਹਮੇਸ਼ਾ ਹੀ ਮੁੱਦਾ ਆਉਂਦਾ ਵਾ ਜਦੋਂ ਵੀ ਇਲੈਕਸ਼ਨ ਹੁੰਦੀ ਆ ਦਿਸ ਕੁਐਸਚਨ ਕਮਸ ਅਪ ਕਿ ਹਾਂਜੀ ਵਾਜਪਾਈ ਸਾਹਿਬ ਨੇ ਵੀ ਜੋ ਇਲੈਕਸ਼ਨ ਲੜਨੀ ਸੀ ਤੇ ਉਹ ਦੇ ਸੈਡ ਓ ਲੈਟਸ ਕਾਲ ਡਾਇਲੋਗ ਔਨ ਕਨਵਰਸ਼ਨਸ ਜੀ। ਪਰ ਕੋਈ ਇਹ ਦੇਖਦਾ ਨਹੀਂ ਹੈ ਕਿ ਮੁੱਦੇ ਕੀ ਆ ਜਿਹੜੇ ਆંકੜੇ ਆ ਉਹ ਹੋਰ ਕੁਝ ਬੋਲਦੇ ਆ। ਆਪਾਂ ਪਹਿਲਾਂ ਕ੍ਰਿਸਚਨ ਧਰਮ ਨੂੰ ਦੇਖੀਏ, ਫਿਰ ਆਪਾਂ ਦੂਜੇ ਧਰਮਾਂ ਨੂੰ ਦੇਖੀਏ, ਫਿਰ ਆਪਾਂ ਆંકੜਿਆਂ ਨੂੰ ਦੇਖੀਏ ਤੇ ਫਿਰ ਆਪਾਂ ਉਹਨਾਂ ਦੇ ਨਤੀਜੇ ਤੇ ਪਹੁੰਚੀਏ ਜੀ। ਕ੍ਰਿਸਚਨ ਧਰਮ ਜਿਹੜਾ ਵਾ ਉਹ ਬੇਸਿਕਲੀ ਮਿਸ਼ਨਰੀ ਰਿਲੀਜਨ ਜੀ। ਜਦੋਂ ਜੀਸਸ ਕ੍ਰਾਈਸਟ ਜਿਹੜੇ ਕਿ ਕ੍ਰਿਸਚਨ ਧਰਮ ਦੇ ਬਾਨੀ ਸੀ, ਜਦੋਂ ਮੁਰਦਿਆਂ ਤੋਂ ਜੀ ਉੱਠੇ, ਤੀਸਰੇ ਦਿਨ ਜੀ ਉੱਠੇ, ਤੇ ਉਹਨਾਂ ਨੇ ਇੱਕ ਕਮਾਂਡਮੈਂਟ ਦਿੱਤੀ ਜਿਹੜੀ ਇਜ਼ ਨੋਨ ਐਜ਼ ਦ ਗ੍ਰੇਟ ਕਮਿਸ਼ਨ ਆਫ ਜੀਸਸ ਜੀ। ਉਹਦੇ ਚ ਇਹ ਹੀ ਉਹਨਾਂ ਦੀ ਬਾਈਬਲ ਦੇ ਵਿੱਚ ਲਿਖਿਆ ਵਾ, ਉਹਦੀ ਮੈਥਿਊ ਦੀ ਕਿਤਾਬ 28 ਤੋਂ 16 ਤੋਂ 28 ਚੈਪਟਰ 16 ਤੋਂ 20 ਉਹਦੀ ਐਤ ਆ ਵਰਸਸ ਜਿਹੜੇ ਹੈਗੇ ਆ। ਐਂਡ ਇਟਸ ਵੈਰੀ ਸਿੰਪਲ। Then the 11 disciples came to Galilee to the mount where Jesus had told them to go. Jesus ने उन्होंने कहा कि उत्थे जाओ जी। When they saw him, they worshipped him, and some doubted. Then Jesus came to them and said, all authority in heaven and earth has been given to me. Therefore go and make disciples of all nations, baptizing them in the name of Father and the Son and the Holy Spirit. This is the whole thing on which Jesus ਦੀ ਕਮਾਂਡ ਤੇ ਕ੍ਰਿਸਚਨ ਡਾਕਟਰਿਨ ਰੂਲ ਕਰਦਾ ਵਾ ਕਿ ਸਾਰੀਆਂ ਦੇਸ਼ਾਂ ਦੇ ਵਿੱਚ ਜਾਓ ਜੀ, ਉਹਨਾਂ ਨੂੰ ਡਿਸਾਈਪਲਸ ਬਣਾਓ ਮੇਰੇ। ਠੀਕ ਹੈ ਡਾਕਟਰ ਸਾਹਿਬ, ਸਵਾਲ ਜਿਹੜਾ ਮੇਰਾ ਹੈ ਇਹ ਥੋੜਾ ਜਿਹਾ ਗਰਮ ਵੀ ਹੈ ਔਰ ਥੋੜਾ ਜਿਹਾ ਇਹਦੇ ਵਿੱਚ ਸਵਾਲ ਇਹ ਹੈ ਕਿ ਇੱਕ ਇਲਜ਼ਾਮ ਲੱਗਦਾ ਹੈ ਕਿ ਕ੍ਰਿਸਚਨ ਜਿਹੜੇ ਲੋਕ ਨੇ, ਜਿਹੜੇ ਪਾਸਟ ਨੇ ਜਾਂ ਕਿਉਂਕਿ ਕਾਫੀ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ 2.5 ਬਿਲੀਅਨ ਦੇ ਲਾਗੇ ਕ੍ਰਿਸਚਨ ਨੇ, ਸੋ ਇਹ ਕਿਹਾ ਜਾਂਦਾ ਹੈ ਕਿ ਇਹ ਜ਼ਬਰਦਸਤੀ ਉਹਨਾਂ ਨੂੰ ਕੋਈ ਲਾਲਚ ਦੇ ਕੇ ਜਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਗਰੀਬ ਲੋਕ ਆ ਜਿਹੜੇ ਕਿ ਚਲੋ ਠੀਕ ਹੈ ਤੁਹਾਡੇ ਬੱਚਿਆਂ ਨੂੰ ਅਸੀਂ ਕਿਸੇ ਬਾਹਰ ਭੇਜ ਦਿਆਂਗੇ ਜਾਂ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਕਨਵਰਟ ਕੀਤਾ ਜਾਂਦਾ ਹੈ। ਕੀ ਇਹ ਸੱਚ ਹੈ? ਤੁਸੀਂ ਵਾਕਿਆ ਇਹ ਕੰਮ ਕਰਦੇ ਹੋ ਜਾਂ ਇਹ ਸਿਰਫ ਇਲਜ਼ਾਮ ਹੀ ਨੇ? ਜੀ, ਇਲਜ਼ਾਮ ਦਾ ਬੇਸਿਸ ਉਹੀ ਆ ਜੋ ਮੈਂ ਤੁਹਾਨੂੰ ਦੱਸਿਆ ਬਾਈਬਲ ਦੇ ਵਿੱਚ ਲਿਖਿਆ ਵਾ, ਜਾਓ ਤੇ ਦੂਸਰਿਆਂ ਲੋਕਾਂ ਨੂੰ ਮਤਲਬ ਡਿਸਾਈਪਲਸ ਬਣਾਓ ਜੀ। ਹੁਣ ਇਹਦਾ ਕੋਈ ਸੱਚਾਈ ਹੈਗੀ ਕਿ ਨਹੀਂ? ਆਪਾਂ ਇੰਡੀਆ ਦੇ ਕੰਟੈਕਸਟ ਦੇਖੀਏ, ਜੇ ਤੁਸੀਂ ਵਰਲਡ ਵਾਈਡ ਰਿਲੀਜਨ ਦੇਖੋਗੇ ਤੇ ਪੂਰੀ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਧਰਮ ਕ੍ਰਿਸਚੈਨਿਟੀ ਹੈ। ਠੀਕ ਹੈ, ਦੁਨੀਆ ਦੇ ਵਿੱਚ 2.3 ਬਿਲੀਅਨ ਲੋਕ ਜਿਹੜੇ ਕ੍ਰਿਸਚਨਸ ਹੈਗੇ ਜੀ, ਉਹਦੇ ਬਾਅਦ ਇਸਲਾਮ ਆਉਂਦਾ ਵਾ। ਆਪਾਂ ਦੇਖ ਲਿਆ ਕਿ ਜੀਸਸ ਕ੍ਰਾਈਸਟ ਨੇ ਕਿਹਾ ਕਿ ਤੁਸੀਂ ਡਿਸਾਈਪਲ ਬਣਾਓ। ਹੁਣ ਆਪਾਂ ਇਹਨੂੰ ਇਸ ਚੀਜ਼ ਨੂੰ ਕੰਟੈਕਸਟ ਦੇ ਵਿੱਚ ਰੱਖਣਾ ਵਾ। ਹਿੰਦੁਸਤਾਨ ਦੇ ਵਿੱਚ 100 ਸਾਲ ਤੋਂ ਉੱਪਰ ਗੋਰਿਆਂ ਨੇ ਰਾਜ ਕੀਤਾ। ਗੋਰੇ ਕੌਣ ਸੀ? ਉਹ ਕ੍ਰਿਸਚਨ ਜੀ। ਜੇ ਉਹ ਚਾਹੁੰਦੇ ਕਿ ਇੱਥੇ ਈਸਾਈ ਹੋਣ ਤੇ 1947 ਦੇ ਵਿੱਚ ਜਦੋਂ ਉਹ ਗਏ ਸੀ ਤੇ ਉਸ ਟਾਈਮ ਤੇ ਈਸਾਈਆਂ ਦੀ ਪੋਪੂਲੇਸ਼ਨ ਜਿਹੜੀ 70 ਲੱਖ ਦੀ ਜੀ, ਰਾਈਟ। ਇਹਦਾ ਮਤਲਬ ਗੋਰਿਆਂ ਦੇ ਜਿਹੜੇ ਪਾਦਰੀ ਸੀ ਉਹਨਾਂ ਨੇ ਬੜੀ ਮਾੜੀ ਜੌਬ ਕੀਤੀ ਦੁਨੀਆ ਨੂੰ, ਜਿਹੜੇ ਇੰਡੀਅਨ ਸੀ ਉਹਨਾਂ ਨੂੰ ਕਨਵਰਟ ਕਰਨ ਦੀ। ਜਦੋਂ ਉਹ ਰਾਜ ਕਰਦੇ ਸੀ, ਦਬਕਾ ਮਾਰ ਕੇ ਬਣਾ ਸਕਦੇ ਸੀ, ਲਾਲਚ ਦੇ ਕੇ ਬਣਾ ਸਕਦੇ, ਉਦੋਂ ਤੇ ਉਹਨਾਂ ਬਣਾਏ ਨਹੀਂ ਤੇ ਅੱਜ ਉਹਨਾਂ ਨੇ ਬਣਾਉਣਾ ਹੈ, ਰਾਈਟ। ਹੁਣ ਉਦੋਂ ਦਾ ਦੇਖ ਲਓ, ਜੇ ਉਦੋਂ ਦੀ ਗਰੋਥ 1947 ਦੀ ਗਰੋਥ ਨੂੰ ਦੇਖੋ ਤੇ ਅੱਜ ਦੀ ਗਰੋਥ ਨੂੰ ਦੇਖੋ ਤੇ ਹਿੰਦੁਸਤਾਨ ਦੀ ਪਾਪੂਲੇਸ਼ਨ ਪਿਛਲੇ 70 ਤੇ 75 ਸਾਲਾਂ ਦੇ ਵਿੱਚ 3 ਗੁਣਾ ਹੋ ਗਈ ਜੀ। ਠੀਕ ਹੈ ਜੀ। ਸਾਰਿਆਂ ਤੋਂ ਵੱਧ ਜਿਹੜੀ ਪਾਪੂਲੇਸ਼ਨ ਵਧੀ ਆ ਉਹ ਮੁਸਲਿਮਸ ਦੀ ਵਧੀ ਆ ਜੀ। ਜੇ ਤੁਸੀਂ ਦੇਖੋ ਤੇ ਉਸ ਟਾਈਮ ਤੇ ਜਦੋਂ 1947 ਸੀ ਉਦੋਂ ਮੁਸਲਿਮ ਦੀ ਪਾਪੂਲੇਸ਼ਨ ਜਿਹੜੀ ਸੀ 3.5 ਕਰੋੜ ਜੀ। ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਉਹ 17 ਕਰੋੜ ਹੋ ਗਈ ਜੀ। ਠੀਕ ਹੈ ਜੀ। ਉਹਦੇ ਬਾਅਦ ਦੇ ਵਿੱਚ ਜਿਹੜਾ ਸੈਕੰਡ ਬਿਗੇਸਟ ਰੇਟ ਆਫ ਗਰੋਥ ਆਇਆ ਵਾ ਉਹ ਹਿੰਦੂਸ ਚ ਆਇਆ।
ਹਿੰਦੂ ਜਿਹੜੇ ਹੀ ਉਸ ਟਾਈਮ ਤੇ ਹੈਗੇ ਹੀ 30 ਕਰੋੜ ਜੀ, ਤੇ ਅੱਜ ਉਹ ਹੈਗੇ 96 ਕਰੋੜ ਜੀ। ਫਿਰ ਥਰਡ ਜਿਹੜਾ ਲੋਐਸਟ ਰੇਟ ਆਫ ਗਰੋਥ ਆਇਆ ਵਾ ਜਦੋਂ ਕਿ ਪੋਪੂਲੇਸ਼ਨ ਦੀ ਗਰੋਥ ਜਿਹੜੀ ਆ ਉਹ 3.3 ਤੇ ਹੋਈ ਆ ਤੇ ਕ੍ਰਿਸਚੀਅਨ ਜਿਹੜੇ ਆ ਉਹ 3% ਤੇ ਵਧੇ ਆ। ਇਹਦਾ ਮਤਲਬ ਜਿਹੜੀ ਰੈਗੂਲਰ ਪੋਪੂਲੇਸ਼ਨ ਗਰੋਥ ਸੀ ਉਹਦੇ ਨਾਲ ਘੱਟ ਗਰੋਥ ਹੋਈ ਹੈ। ਇਸ ਕਰਕੇ ਇਹ ਮਿਥ ਨੂੰ ਲੈ ਕੇ ਚੱਲਣਾ ਕਿ ਕ੍ਰਿਸਚੀਅਨ ਬਹੁਤ ਜ਼ਿਆਦਾ ਕਰਦੇ ਪਏ ਆ ਇਜ਼ ਬੇਸਲੈਸ, ਕੋਈ ਫੈਕਟ ਨਹੀਂ ਹੈਗਾ। ਤੇ ਇਹ ਮੁੱਦਾ ਜਿੱਦਾਂ ਆਪਣੇ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਜਿਹੜਾ ਵਾ ਉਹ ਹਰ 5 ਸਾਲਾਂ ਬਾਅਦ ਆਉਂਦਾ ਵਾ, ਇਹ ਕ੍ਰਿਸਚੀਅਨ ਕਨਵਰਸ਼ਨ ਦਾ ਮੁੱਦਾ ਵੀ ਜਿਹੜਾ ਹਰ 5 ਸਾਲਾਂ ਬਾਅਦ ਆਉਂਦਾ ਵਾ। ਇਹਦਾ ਕੋਈ ਬੇਸਿਸ ਨਹੀਂ ਹੈਗਾ ਤੇ ਇਹਨੂੰ ਉਦੋਂ ਹੀ ਲਿਆਂਦਾ ਜਾਂਦਾ ਵਾ ਜਦੋਂ ਲੋਕਾਂ ਨੂੰ ਭੜਕਾਇਆ ਜਾਏ ਕਿ ਦੇਖੋ ਜੀ ਇਹ ਵਾਧੇ ਪਏ। ਦੂਸਰੀ ਗੱਲ ਸਰ, ਇਹ ਸਾਰਿਆਂ ਨੂੰ ਵੱਧ ਇੰਪੋਰਟੈਂਟ ਗੱਲ ਇਹ ਹੈਗੀ ਆ ਕਿ ਜੇ ਤੁਸੀਂ ਅੱਜ ਤੁਸੀਂ ਤੀਨੂ ਸਾਹਿਬ ਐਜੂਕੇਸ਼ਨ ਦੇ ਵਿੱਚ ਹੈਗੇ ਜੀ, ਤੁਸੀਂ ਆਸਟ੍ਰੇਲੀਆ 'ਚ ਰਹਿ ਰਹੇ ਨੇ ਜੀ, ਐਜੂਕੇਸ਼ਨ ਦੇ ਵਿੱਚ ਉੱਥੇ ਆਪਣਾ ਪੰਜਾਬ ਜਿਹੜਾ ਹੈਗਾ ਵਾ ਹਰ ਕੋਈ ਬਾਹਰ ਆਉਣਾ ਚਾਹ ਰਿਹਾ ਵਾ। ਪਲੀਜ਼ ਮੈਨੂੰ ਦੱਸੋ ਆਪਣੇ ਐਕਸਪੀਰੀਅੰਸ ਤੋਂ ਕਿ ਡੈਸਟੀਨੇਸ਼ਨ ਕੰਟਰੀਆਂ, ਜੇ ਤੁਸੀਂ ਇਹਦਾ ਨਹੀਂ ਸਹਿਮਤ ਮੈਨੂੰ ਦੱਸਿਓ, ਡੈਸਟੀਨੇਸ਼ਨ ਕੰਟਰੀਆਂ ਹੈਗੀਆਂ ਇੰਗਲੈਂਡ ਜੀ, US, ਯੈਸ, ਕੈਨੇਡਾ ਤੇ ਆਸਟ੍ਰੇਲੀਆ ਜੀ। ਇਹਨਾਂ ਦੇ ਵਿੱਚ ਜਿਹੜਾ ਮੇਨ ਧਰਮ ਕਿਹੜਾ ਵਾ? ਕ੍ਰਿਸਚੀਅਨ ਜੀ। ਇੱਥੇ ਇਸ ਵੇਲੇ ਅੱਜ ਦੀ ਡੇਟ ਦੇ ਵਿੱਚ 7 ਲੱਖ, ਆਸਟ੍ਰੇਲੀਆ ਦੀ ਐਗਜ਼ਾਮਪਲ ਲੈ ਲਓ, 7 ਲੱਖ ਇੰਡੀਅਨ ਆ ਚੁੱਕਿਆ ਵਾ ਜੀ। ਮੈਨੂੰ ਉਹ ਦੱਸੋ ਕਿ ਕਿੰਨੇ ਇੱਥੇ ਉਹ ਕ੍ਰਿਸਚੀਅਨ ਹੋ ਗਏ, ਜਾਂ ਤੁਸੀਂ ਕ੍ਰਿਸਚੀਅਨ ਹੋ ਗਏ, ਜਾਂ ਮੈਨੂੰ ਇਹਨਾਂ ਕ੍ਰਿਸਚੀਅਨ ਕਰਤਾ ਧੱਕੇ ਨਾਲ। ਇਹ ਸਰ ਇਹ ਸਾਰੇ ਬੇਸਲੈਸ ਕੁਐਸਚਨਸ ਹੈਗੇ ਆ। ਜੇ ਇੱਥੇ ਉਹ ਕਨਵਰਟ ਹੀ ਕਰਦੇ ਹੋਣ ਤੇ ਆਪਣੇ ਲੋਕੀ ਨਾ ਆਣ। ਇੱਥੇ ਤੇ ਫਰੀडम ਦਿੰਦੇ ਆ। ਕ੍ਰਿਸਚੀਅਨਿਟੀ ਦੇ ਵਿੱਚ ਵਰਡ ਫੋਰਸਡ ਕਨਵਰਸ਼ਨ ਜਿਹੜੀ ਆ ਉਹ ਕੰਟਰਡਿਕਸ਼ਨ ਇਨ ਟਰਮਸ ਹੈਗੀ ਆ ਜੀ। ਤੁਸੀਂ ਕਿੱਦਾਂ ਮੇਰਾ ਮਨ ਚੇਂਜ ਕਰ ਸਕਦੇ ਜੇ ਪੈਸੇ ਦੇ ਕੇ ਕਿ ਤੁਸੀਂ ਮੈਂ ਤੇ ਯੂ 2000 ਦੇ ਵਿੱਚ VHP ਦਾ ਜਿਹੜੇ ਹੀ ਉਹਨੇ ਕਨਵਰਸ਼ਨ ਦਾ ਮੁੱਦਾ ਸ਼ੁਰੂ ਕੀਤਾ ਸੀ ਜੀ। ਤੇ ਉਸ ਟਾਈਮ ਮਿਸਟਰ ਅਸ਼ੋਕ ਸਿੰਘਲ ਹੁੰਦੇ ਸੀ VHP ਦੇ ਪ੍ਰਧਾਨ। ਮੇਰੀ ਇੱਕ ਦੋ ਵਾਰੀ ਉਹਨਾਂ ਨਾਲ ਮੀਟਿੰਗ ਹੋਈ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਪਲੀਜ਼ ਮੈਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰੋ, ਹੈਨਾ ਜੀ, ਮੈਨੂੰ ਕਨਵਰਟ ਕਰੋ। ਤੁਸੀਂ ਪੈਸੇ ਦਿੰਦੇ, ਮੈਨੂੰ ਕੋ ਲਾਲਚ ਦਿਓ। ਇਟਸ ਨਾਟ ਪੋਸੀਬਲ, ਇਹ ਸੰਭਵ ਹੀ ਨਹੀਂ ਹੈਗਾ ਕਿ ਤੁਸੀਂ ਕਿਸੇ ਦਾ ਮਨ ਬਦਲ ਲਓ ਜੀ। ਠੀਕ ਹੈ ਜੀ। ਚਲੋ ਇਹਨਾਂ ਨੇ ਵਿੱਚ ਹੁਣ ਪੋਲੀਟੀਕਲ ਮੁੱਦੇ ਨੂੰ ਬਣਾਤਾ ਹੈ ਘਰ ਵਾਪਸੀ ਜੀ। ਜੇ ਤੁਸੀਂ ਕ੍ਰਿਸਚੀਅਨ ਨੂੰ ਕਨਵਰਟ ਕਰਦੇ ਪਏ ਜੇ, ਉਹਨੂੰ ਕੀ ਬਣਾਓਗੇ? ਉਹਨੂੰ ਪੰਡਤ ਤੇ ਇਹਨਾਂ ਨੇ ਬਣਾਉਣਾ ਨਹੀਂ ਤੇ ਦਲਿਤ ਉਹਨੇ ਬਣਨਾ ਨਹੀਂ। ਸੋ ਇਸ ਕਰਕੇ there are certain things ਜਿਹੜੀਆਂ ਪ੍ਰੈਕਟੀਕਲੀ ਇਨਪੋਸੀਬਲ ਹੈਗੀਆਂ ਵਾ। ਕ੍ਰਿਸਚੀਅਨਿਟੀ ਦੇ ਵਿੱਚ ਪੋਸੀਬਲ ਹੈਗੀ, ਦੂਜਿਆਂ ਦੇ ਵਿੱਚ ਪੋਸੀਬਲ ਨਹੀਂ ਹੈਗੀਆਂ, ਪਰ ਫੋਰਸਡ ਕਨਵਰਸ਼ਨ ਕ੍ਰਿਸਚੀਅਨਿਟੀ ਦੇ ਵਿੱਚ ਹੋ ਹੀ ਨਹੀਂ ਸਕਦੀ। ਇਟ ਇਜ਼ ਇੰਪੋਸੀਬਲ। ਥਰਡ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਉਹਦੇ 'ਚ ਹੈਗੀ ਆ, ਇੰਡੀਆ ਦਾ ਸੰਵਿਧਾਨ, ਇੰਡੀਆਜ਼ ਕਨਸਟੀਟਿਊਸ਼ਨ, ਉਹਦਾ ਆਰਟੀਕਲ 25 to 28 ਬੜੀ ਕਲੀਅਰਲੀ ਸਟੇਟ ਕਰਦਾ ਹੈ ਕਿ ਤੁਸੀਂ ਜਿਹੜੇ ਆ ਆਪਣਾ ਧਰਮ ਜਿਹੜਾ ਵਾ ਉਹ ਪ੍ਰੈਕਟਿਸ ਕਰ ਸਕਦੇ ਜੇ, ਜਿਹੜਾ ਮਰਜ਼ੀ ਧਰਮ ਅਡਾਪਟ ਕਰ ਸਕਦੇ ਜੇ। ਵੈਰੀ ਬੇਸਿਕ ਉਹਦੇ 'ਚ ਹੈਗਾ ਆਰਟੀਕਲ 25 guarantees the freedom of conscience, the freedom to profess, practice and propagate religion to all citizens. ਇਹਦੇ 'ਚ ਇਹ ਨਹੀਂ ਆ ਕਿ ਸਿਰਫ ਜਿਹੜੇ ਆ ਉਹ ਇੱਕ ਧਰਮ ਦੇ ਲੋਕ ਹੀ ਕਰ ਸਕਦੇ, ਸਾਰੇ ਕਰ ਸਕਦੇ ਆ। ਸਾਰਿਆਂ ਤੋਂ ਵਧੀਆ ਗੱਲ ਤੀਨੂ ਸਾਹਿਬ ਉਹ ਇਹ ਹੈਗੀ ਆ ਕਿ ਮੈਂ ਅਮਰੀਕਨ ਸਿਟੀਜ਼ਨ ਹੈ ਤੇ ਅਮਰੀਕਾ ਦੇ ਵਿੱਚ ਬਹੁਤ ਰਿਹਾ ਜੀ। ਉੱਥੇ ਵਰਜੀਨੀਆ ਦੇ ਵਿੱਚ ਇੱਕ ਗੁਰਦੁਆਰਾ ਵਾ, ਰਾਈਟ, ਜਿਹਨੂੰ ਕਿ ਗੋਰਿਆਂ ਦਾ ਗੁਰਦੁਆਰਾ ਕਹਿੰਦੇ। ਉਹ ਸਿਰਫ ਸਾਰੇ ਗੋਰੇ ਹੀ ਚਲਾਉਂਦੇ ਆ। ਗੋਰੇ ਜਿਹੜੇ ਆ ਉਹ ਗੁਰਬਾਣੀ ਦਾ ਪਾਠ ਕਰਦੇ ਆ ਪੰਜਾਬੀ ਦੇ ਵਿੱਚ। ਉਹਨੂੰ ਤੇ ਆਪਾਂ ਦਿਖਾਉਂਦੇ ਆ ਐਜ਼ ਅ ਪੋਸਟਰ ਬॉय ਕਿ ਦੇਖੋ ਸਾਡਾ ਧਰਮ ਕਿੱਦਾਂ ਵਧੀਆ, ਇਹ ਗੋਰਿਆਂ ਨੇ ਅਡਾਪਟ ਕਰ ਲਿਆ ਜੀ, ਰਾਈਟ ਜੀ। ਤੇ ਜੇ ਇੱਕ ਬੰਦਾ ਜਿਹੜਾ ਵਾ ਉਹ ਕ੍ਰਿਸਚੀਅਨ ਹੋ ਜਾਂਦਾ, ਉਹਨੂੰ ਇਹ ਲੁੱਕ ਡਾਊਨ ਕਰ। I think somewhere it is contradiction in terms, intellectual dishonesty ਆ ਜੋ ਵੀ ਹੋ ਰਿਹਾ ਵਾ। ਕਦੀ ਵੀ ਇੱਥੇ ਵੀ ਕੋਈ ਇੱਕ ਪ੍ਰੂਫ ਦੇ ਦੇ ਕਿ ਉਹਨੂੰ ਫੋਰਸਲੀ ਕਨਵਰਟ ਕੀਤਾ ਗਿਆ ਵਾ ਤੇ I think then let the Lord take its own turn. ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਸੰਵਿਧਾਨ ਦੇ ਤੁਸੀਂ ਆਰਟੀਕਲ 25 ਦੀ ਗੱਲ ਕੀਤੀ ਹੈ। ਆਰਟੀਕਲ 25 ਦੇ ਵਿੱਚ ਆਰਟੀਕਲ 25 2B ਉਹਦੇ ਵਿੱਚ ਵੀ ਸਾਰਾ ਇਹਦੇ ਬਾਰੇ ਦੱਸਿਆ ਗਿਆ। ਈਵਨ ਸੰਵਿਧਾਨ ਦੇ ਜਿਹੜੇ ਨਿਰਮਾਤਾ ਬਾਬਾ ਸਾਹਿਬ ਭਾਰਤ ਰਤਨ ਡਾਕਟਰ B.R. ਅੰਬੇਡਕਰ ਹੈ, ਉਹਨਾਂ ਨੇ 1956 ਦੇ ਵਿੱਚ ਇੱਕ ਗੱਲ ਕਹੀ ਸੀ ਕਿ ਮੈਂ ਜਿਸ ਧਰਮ 'ਚ ਪੈਦਾ ਹੋਇਆ, ਉਹਨਾਂ ਨੇ ਕਿਹਾ ਸੀ, ਉਹਨਾਂ ਦੇ ਹੂਬਹੂ ਜਿਹੜੇ ਬੋਲ ਨੇ ਉਹ ਇਹ ਸੀ ਕਿ ਮੈਂ ਹਿੰਦੂ ਧਰਮ 'ਚ ਪੈਦਾ ਹੋਇਆ ਪਰ ਮੈਂ ਹਿੰਦੂ ਮਰਾਂਗੇ ਨਹੀਂ,
ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜੋ ਧਰਮ ਮੈਨੂੰ ਨੀਚ ਕਹਿੰਦਾ ਮੈਂ ਉਸ ਧਰਮ ਨੂੰ ਮੰਨਦਾ ਨਹੀਂ। ਸੋ ਇਹਦਾ ਮਤਲਬ ਇਹ ਹੈ ਕਿ ਉਹ ਗਏ ਬੁੱਧ ਧਰਮ 'ਚ। ਜੇ ਪ੍ਰੋਬਲਮ ਹੁੰਦੀ ਤਾਂ ਫਿਰ ਉਹ ਵੀ ਕਹਿ ਸਕਦੇ ਸੀ ਕਿ ਇਹ ਗਲਤ ਹੈ, ਬਟ ਹੀ ਆਲਰੇਡੀ ਡਿਡ ਦੈਟ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਇੱਥੇ ਇੱਕ ਹੋਰ ਵੀ ਗੱਲ ਆਉਂਦੀ ਹੈ। ਤੁਸੀਂ ਗੱਲ ਕੀਤੀ ਕਿ ਸਿੱਖ ਧਰਮ ਦਾ ਤੁਸੀਂ ਜ਼ਿਕਰ ਕੀਤਾ, ਤੁਸੀਂ ਹਿੰਦੂ ਧਰਮ ਦਾ ਜ਼ਿਕਰ ਕੀਤਾ, ਤੁਸੀਂ ਗੱਲ ਕੀਤੀ ਕਿ ਚੋਣਾਂ ਦੇ ਵਿੱਚ ਇਹ 5 ਸਾਲ ਬਾਅਦ 'ਚ ਮੁੱਦਾ ਆਉਂਦਾ ਹੈ, ਜਿਵੇਂ ਕਿ ਤੁਸੀਂ ਦੱਸਿਆ ਕਿ ਸਾਰਾ ਬਟ ਇੱਥੇ ਸਵਾਲ ਇਹ ਹੈ ਕਿ ਕ੍ਰਿਸਚੀਅਨ ਜਿਹੜੇ ਹੋ ਰਹੇ ਆ ਕਨਵਰਟ, ਉਹ ਜਿਹੜੇ ਇਸ ਰਿਲੀਜਨ ਤੋਂ, ਇਹਦੇ ਵਿੱਚ ਇੱਕ ਮੈਂ ਕਿਤੇ ਪੜ੍ਹਿਆ ਸੀ ਕਿ ਕ੍ਰਿਸਚੀਅਨ ਦਾ ਜਿਹੜਾ ਇੱਕ ਬੇਸ ਹੈ ਰਿਲੀਜਨ ਦਾ, ਉਹ ਬ੍ਰੈਡ ਹੈ, ਰੋਟੀ ਹੈ। ਸੋ ਉਹ ਤੁਸੀਂ ਕੁਝ ਐਕਸਪਲੇਨ ਕਰੋਗੇ ਕਿ ਉਹ ਕੀ ਹੈ? I'm not sure ਕਿ ਰੋਟੀ ਦਾ ਕੀ ਬੇਸ ਤੁਸੀਂ ਕਹਿ ਰਹੇ ਜੇ ਜੀ, ਬਟ ਜੇ ਤੁਸੀਂ ਕਹਿੰਦੇ ਨੇ ਕ੍ਰਿਸਚੀਅਨਸ ਕਨਵਰਟ ਨਾ ਕਰਨ, ਇਹ ਨਹੀਂ ਹੋ ਸਕਦਾ। ਕ੍ਰਿਸਚੀਅਨਸ ਕਨਵਰਟ ਕਰਨਗੇ ਜੀ, ਰਾਈਟ, ਬਟ ਕੋਈ ਵੀ ਫੋਰਸਡ ਕਨਵਰਸ਼ਨ ਨਹੀਂ ਹੋਏਗੀ। ਫੋਰਸਡ ਕਨਵਰਸ਼ਨ ਹੋ ਨਹੀਂ ਸਕਦੀ ਸਰ। ਹਿੰਦੁਸਤਾਨ ਦੇ ਵਿੱਚ 12,904 ਸਕੂਲ ਹੈ, ਜਿਹਦੇ ਚੋਂ ਐਵਰੀ ਈਅਰ ਹਰ ਸਕੂਲ ਚੋਂ ਔਨ ਐਵਰੇਜ 100 ਤੋਂ 200 ਬੱਚਾ ਜਿਹੜਾ ਉਹ ਨਿਕਲਦਾ ਜੀ, ਠੀਕ ਹੈ। ਮੈਨੂੰ ਇਹ ਦੱਸੋ ਕਿ ਉਹ ਬੱਚਿਆਂ ਨੂੰ ਕਿੰਨੀ ਕੁ ਵਾਰੀ ਕੋਸ਼ਿਸ਼ ਕੀਤੀ ਗਈ ਕਿ ਉਹ ਕਨਵਰਟ ਕਰਨ ਜੀ। ਹਿੰਦੁਸਤਾਨ ਦੇ ਜਿਹੜੇ ਐਲੀਟ ਹੈਗੇ, ਐਬਸੋਲੂਟਲੀ ਐਲੀਟ, ਅੱਜ ਤੋਂ 5-7 ਸਾਲ ਪਹਿਲਾਂ ਤੱਕ ਇਹ ਪ੍ਰਿਵਿਲੇਜ ਸਮਝਦੇ ਹੀ ਕਿ ਜਿਹੜੇ ਬੱਚੇ ਆ ਉਹਨਾਂ ਦੇ ਉਹ ਕਿਸੇ ਤਰ੍ਹਾਂ ਕਨਵੈਂਟ ਸਕੂਲ ਦੇ ਵਿੱਚ ਪੈ ਜਾਣ, ਕਿਸੇ ਤਰ੍ਹਾਂ ਉਹ ਕ੍ਰਿਸਚੀਅਨ ਸਕੂਲ 'ਚ ਪੈ ਜਾਣ ਜੀ। ਜੇ ਜਿਹੜੇ ਸਕੂਲ ਹੈਗੇ ਆ ਉਹ ਧਰਮ ਕਨਵਰਸ਼ਨ ਦੀਆਂ ਫੈਕਟਰੀਜ਼ ਹੁੰਦੀਆਂ, ਆਪਾਂ ਕਿਉਂ ਉੱਥੇ ਆਪਣੇ ਬੱਚੇ ਭੇਜਦੇ? ਸੈਕੰਡਲੀ 2.3% ਮਤਲਬ 2.25 ਕਰੋੜ, 2 ਕਰੋੜ 30 ਲੱਖ ਜਿਹੜਾ ਬੰਦਾ ਵਾ, ਉਹਦੇ ਤੋਂ 90 ਕਰੋੜ ਵਾਲੇ ਕਿਉਂ ਦੁਖੀ ਆ, ਕਿਉਂ ਡਰਦੇ ਪਏ? ਸਰ, ਇੱਕ ਇੰਡੀਆ ਦੇ ਵਿੱਚ ਮੋਬ ਲਿੰਚਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਕੀ ਕ੍ਰਿਸਚੀਅਨ ਕਮਿਊਨਿਟੀ ਵੀ ਇਸ ਚੀਜ਼ ਦਾ ਸ਼ਿਕਾਰ ਹੈ? ਕਰੰਟਲੀ ਐਟ ਦ ਮੋਮੈਂਟ ਮੋਬ ਲਿੰਚਿੰਗ ਜਿਹੜੀ ਆ ਉਹ ਬੇਸਿਕਲੀ ਮੁਸਲਿਮਸ ਤੇ ਸੀਮਤ ਰਹੀ ਹੈ ਜੀ, ਠੀਕ ਹੈ ਜੀ। ਬਟ ਪਰਸੀਕਿਊਸ਼ਨ ਦਾ ਸ਼ਿਕਾਰ ਹੀ ਹਮੇਸ਼ਾ ਰਹੇ ਆ, ਹਰ ਵਾਰੀ ਪਰਸੀਕਿਊਸ਼ਨ ਹੁੰਦਾ ਰਿਹਾ ਵਾ। ਜਦੋਂ ਮੈਂ ਅਮਰੀਕਾ 'ਚ ਹੀ ਤੇ ਆਈ ਸਪੀਅਰ ਹੈਡਡ ਦ ਰਿਸਪੌਂਸ, ਇੰਟਰਨੈਸ਼ਨਲ ਰਿਸਪੌਂਸ ਟੂ ਕ੍ਰਿਸਚੀਅਨ ਵਾਇਲੈਂਸ ਇਨ ਇੰਡੀਆ ਜੀ। ਕੀ ਹੋਇਆ ਸੀ, ਤੁਹਾਨੂੰ ਯਾਦ ਹੋਣਾ ਵਾ ਕਿ ਸਾਰਿਆਂ ਤੋਂ ਵੱਡੀ ਐਗਜ਼ਾਮਪਲ ਆਪਾਂ ਆਸਟ੍ਰੇਲੀਆ ਦੇ ਵਿੱਚ ਬੈਠੇ ਆ, ਗ੍ਰਾਮ ਸਟੇਨਸ ਤੇ ਉਹਨਾਂ ਦੇ 2 ਬੱਚੇ ਜਿਹੜੇ ਸੀ ਉਹਨਾਂ ਨੂੰ ਮਾਰੇ ਗਏ ਜੀ। ਉਹ ਵੀ ਬੇਸਿਕਲੀ ਮੌਬ ਲਿੰਚਿੰਗ ਹੀ। ਬਟ ਹਰ ਧਰਮ ਦੇ ਵਿੱਚ ਵਧੀਆ ਇਨਸਾਨ ਹੁੰਦੇ ਆ, ਹਰ ਧਰਮ ਦੇ ਵਿੱਚ ਮਾੜੇ ਚੰਗੇ ਇਨਸਾਨ ਹੁੰਦੇ ਆ। ਇਹ ਚੰਗੇ ਮਾੜੇ ਦਾ ਕੰਬੀਨੇਸ਼ਨ ਹੀ ਜਿਹੜਾ ਕਰਤਾ ਵਾ। ਹਰ ਚੀਜ਼ ਨੂੰ ਤੁਸੀਂ 2 ਧਾਰੀ ਤਲਵਾਰ ਦੀ ਤਰ੍ਹਾਂ ਯੂਜ਼ ਕਰ ਸਕਦੇ, ਜਿਹਨੂੰ ਆਪਣੇ ਫੇਵਰ 'ਚ ਕਰ ਲਓ, ਚਾਹੇ ਉਹਨੂੰ ਉਹਦੇ ਵਿਰੋਧ 'ਚ ਕਰ ਲਓ ਜੀ। ਬਟ ਆਈ ਥਿੰਕ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਧਰਮ ਦਾ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਕਿਸੇ ਵੇਲੇ ਪਾਰਟੀਆਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਹਾਰਨ ਵਾਲੇ ਆ ਤਾਂ ਡੈਸਪਰੇਟ ਹੋ ਜਾਂਦੀਆਂ ਤੇ ਇੱਧਰ ਉੱਧਰ ਦੇ ਮੁੱਦੇ ਯੂਜ਼ ਕਰਦੀਆਂ ਵਾ। ਬਟ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਆ ਉਹ ਮਾਈਨੋਰਟੀਜ਼ ਹੈਗੀਆਂ, ਜੇ ਉੱਥੇ ਕ੍ਰਿਸਚੀਅਨਸ ਆ ਤੇ ਉਹ ਵੀ ਮਾਈਨੋਰਟੀਜ਼ ਆ, ਜੇ ਸਿੱਖ ਹੈਗੇ ਤੇ ਟੈਕਨੀਕਲੀ ਉਹ ਵੀ ਮਾਈਨੋਰਟੀਜ਼ ਹੀ ਹੈਗੇ ਪੂਰੇ ਹਿੰਦੁਸਤਾਨ ਨੂੰ ਲਾਓ, ਰਾਈਟ। ਜੇ ਦਲਿਤ ਪਾਪੂਲੇਸ਼ਨ ਜਿਹੜੀ 33% ਪਾਪੂਲੇਸ਼ਨ ਹੈਗੀ ਆ ਉਹ ਵੀ ਮਾਈਨੋਰਟੀਜ਼ ਹੀ ਹੈ। ਇਸ ਕਰਕੇ ਮੈਂ ਸੋਚਣਾ ਵਾ ਕਿ ਪੰਜਾਬ ਦੇ ਵਿੱਚ ਧਰਮ ਦਾ ਕੋਈ ਮਸਲਾ ਲਿਆਉਣਾ ਜਿਹੜਾ ਉਹ ਗਲਤ ਹੈਗਾ ਵਾ। ਆਪਣੇ ਕੇਜਰੀਵਾਲ ਸਾਹਿਬ ਜਿਹੜੇ ਆ ਉਹਨਾਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਐਡਰੈਸ ਕਰਦਿਆਂ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਂਟੀ ਕਨਵਰਸ਼ਨ ਬਿੱਲ ਲਿਆਵਾਂਗੇ। ਉਹ ਸਮਝੇ ਕਿਤੇ ਉਹ ਜਿਹੜਾ ਪੋਇਜ਼ਨ ਜਿਹੜਾ ਕਿ ਬਾਹਰਲੇ ਸਟੇਟਾਂ ਦੇ ਵਿੱਚ ਹੈਗਾ ਉਹ ਵੀ ਮੇਰੇ ਖਿਆਲ ਪੰਜਾਬ 'ਚ ਐਂਟਰ ਕਰ ਜਾਏਗਾ। ਆਈ ਹੋਪ ਕਿ ਉਹ ਆਪਣੇ ਇਸ ਫੈਸਲੇ ਨੂੰ ਰੀਕਨਸੀਡਰ ਕਰਨ ਤੇ ਇਹਨੂੰ ਨਾ ਲਿਆਉਣ, ਕਿਉਂਕਿ ਪੰਜਾਬ ਦੇ ਵਿੱਚ ਕਦੀ ਵੀ ਕ੍ਰਿਸਚੀਅਨਸ ਦੇ ਤੇ ਹਿੰਦੂਆਂ ਦੇ ਦੰਗੇ ਨਹੀਂ ਹੋਏ, ਕ੍ਰਿਸਚੀਅਨ ਤੇ ਸਿੱਖਾਂ ਦੇ ਦੰਗੇ ਨਹੀਂ ਹੋਏ। ਕ੍ਰਿਸਚੀਅਨ ਜਿਹੜੇ ਆ given its population give out so much to the community। ਤੁਸੀਂ ਦੇਖ ਲਓ ਕ੍ਰਿਸਚੀਅਨ ਸੋਸ਼ਲ ਸਰਵਿਸਿਜ਼ ਦੇ ਵਿੱਚ ਮੈਸਿਵ ਹੈਗੇ ਆ। ਕ੍ਰਿਸਚੀਅਨਸ ਜਿਹੜੇ ਆ ਉਹ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ। ਕ੍ਰਿਸਚੀਅਨਸ ਜਿਹੜੇ ਆ ਦੇ ਗੋ ਆਊਟ ਐਂਡ ਰਨ ਹਸਪੀਟਲਸ। ਮਦਰ ਟਰੇਜ਼ਾ ਵਾਜ਼ ਅ ਸਿੰਬਲ ਆਫ ਕ੍ਰਿਸਚੀਅਨ ਲਵ ਐਂਡ ਪੀਸ। ਇਹ ਚੱਲਦਾ ਹੀ ਰਹਿਣਾ ਸਰ, ਜਿੱਦਾਂ ਜਿੱਦਾਂ ਹੀ ਆਉਣਗੇ। ਆਈ ਥਿੰਕ ਕਿਸੇ ਦਿਨ ਨੂੰ ਆਪਾਂ ਮੋਰ ਡਿਟੇਲਡ ਪ੍ਰੋਗਰਾਮ ਕਰੀਏ ਕ੍ਰਿਸਚੀਅਨ ਕਨਵਰਸ਼ਨਸ ਤੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸੱਚਾਈ ਕੀ ਆ ਤੇ ਮਿਥ ਕੀ ਆ।
So based on the facts, I want to state, Mr. Tinu, for the record, कि ਜਿਹੜੀ forced religious conversions ਹੈਗੀਆਂ ਵਾ ਉਹ ਮਿਥਿਆ, ਉਹ reality ਨਹੀਂ ਹੈਗੀ, because otherwise ਬਹੁਤ ਸਟੇਟਾਂ ਦੇ ਵਿੱਚ ਜਿਹੜੇ ਆ ਰੂਲ ਬਣ ਚੁੱਕੇ, ਇਹਨਾਂ ਨੇ ਕਾਨੂੰਨ ਬਣਾਤੇ ਆ ਐਂਟੀ ਕਨਵਰਸ਼ਨ ਲਾਅ ਦੇ, ਤੇ ਉਹਦੇ ਵਿੱਚ ਇੱਕ ਵੀ ਬੰਦਾ, ਟੂ ਦ ਰੈਕਡ, ਇੱਕ ਵੀ ਬੰਦਾ ਜਿਹੜਾ ਵਾ ਉਹ ਕਨਵਿਕਟ ਨਹੀਂ ਹੋਇਆ ਜੀ। ਤੁਸੀਂ ਚੋਣਾਂ ਦੀ ਗੱਲ ਕੀਤੀ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਹੈ, ਤੇ ਕੇਜਰੀਵਾਲ ਸਾਹਿਬ ਨੇ ਇੱਕ ਗੱਲ ਕਹੀ ਸੀ, ਜਿਹੜੇ ਕੋਈ ਹੋਰ ਗੱਲ ਕੇਜਰੀ ਸਾਹਿਬ ਨੇ ਕਿਹਾ ਸੀ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਕਿ ਮੈਂ ਇੱਕ ਬਣੀਆਂ ਔਰ ਮੈਂ ਵਪਾਰ ਨੂੰ ਜਾਣਦਾ। ਸੋ ਇਹ ਵੀ ਕਿਤੇ ਨਾ ਕਿਤੇ ਇੱਕ ਜਾਤ ਦੇ ਔਰ ਜਾਤ ਪਾਤ ਦੇ ਨਾਲ ਜੁੜੀ ਹੋਈ ਗੱਲ ਹੈ। ਹੁਣ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਉਹ ਕਨਵਰਸ਼ਨ ਦਾ ਜਿਹੜਾ ਅਗੇਂਸਟ ਜਿਹੜਾ ਉਹ ਲਾਅ ਲੈ ਕੇ ਆਉਣਗੇ, ਔਰ ਉੱਥੇ ਇੱਕ ਪਾਰਟੀ ਹੈ ਬਹੁਜਨ ਸਮਾਜ ਪਾਰਟੀ, ਉਹਦੇ ਤੇ ਜਦੋਂ ਕੋਈ ਗੱਲ ਕੀਤੀ ਜਾਂਦੀ ਕਿ ਉਹ ਇਹ ਕਿਹਾ ਜਾਂਦਾ ਹੈ ਕਿ ਜੇ ਉਹ ਇੱਕ ਜਾਤ ਤੇ ਤੱਕ ਜੋੜਿਆ ਜਾਂਦਾ ਹੈ। ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਿਸ ਐਂਗਲ ਤੋਂ ਦੇਖ ਰਹੇ ਹੋ? ਸਰ ਕਿਤੇ ਨਾ ਕਿਤੇ ਸਾਡੇ ਵਿੱਚ, ਮੈਂ ਹਮੇਸ਼ਾ ਕਹਿੰਦਾ ਵਾ, ਐਜੂਕੇਸ਼ਨ ਦੀ ਘਾਟ ਆ ਜੀ। ਅੱਜ ਜਿਹੜਾ ਵਾ ਉਹ ਮੈਂ ਪੋਲੀਟੀਕਲ ਐਨਲਿਸਟ ਦਾ ਹੈਟ ਨਹੀਂ ਪਾ ਕੇ ਬੈਠਾ, ਅੱਜ ਮੈਂ ਕ੍ਰਿਸਚੀਅਨ ਸਕਾਲਰ ਦਾ ਲੈ ਕੇ ਬੈਠਾ ਵਾ। ਸੋ ਆਈ ਵਿਲ ਨਾਟ ਡਰੈਗ ਮਾਈਸੈਲਫ ਇਨਟੂ ਸਰਟਨ ਪੋਲੀਟੀਕਲ ਕੰਟਰੋਵਰਸੀਜ਼, ਬਟ on a very fine note, I think ਧਰਮ ਦੀ ਰਾਜਨੀਤੀ ਜਿਹੜੀ ਆ ਹਿੰਦੁਸਤਾਨ 'ਚ ਬੰਦ ਹੋਣੀ ਚਾਹੀਦੀ। ਜਿੰਨੀ ਦੇਰ ਤੱਕ ਧਰਮ ਦੀ ਰਾਜਨੀਤੀ ਚੱਲਦੀ ਰਹੇਗੀ, ਚਾਹੇ ਉਹ ਮੰਦਿਰ ਦੀ ਆ, ਚਾਹੇ ਉਹ ਗਿਰਜੇ ਦੀ ਆ, ਚਾਹੇ ਉਹ ਮਸਜਿਦ ਦੀ ਆ, ਤੇ ਚਾਹੇ ਉਹ ਗੁਰਦੁਆਰੇ ਦੀ ਆ, ਚਾਹੇ ਉਹ ਬੇਅਦਬੀ ਦੀ ਆ, ਚਾਹੇ ਉਹ ਹੋਰ ਕਿਸੇ ਕਾਰਨ ਕਰਕੇ ਆ, ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ। ਆਪਾਂ ਲੋਕਾਂ ਦੇ ਇਮੋਸ਼ਨਸ ਨਾਲ ਖੇਡਦੇ ਆ। ਆਪਾਂ ਸਾਰਿਆਂ ਨੇ ਧਰਮ ਦੀਆਂ ਦੁਕਾਨਾਂ ਬਣਾਈਆਂ ਵਾ, ਚਾਹੇ ਮੈਂ ਕ੍ਰਿਸਚਨ ਆ, ਤੁਸੀਂ ਜਿਹੜੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ, ਇਹੀ ਦੇਖਦੇ ਆ ਕਿ ਕਿੰਨਾ ਕੁ ਵੇਚ ਸਕਦੇ ਆਪਣੇ ਧਰਮ ਨੂੰ। ਯਾਰ ਵੇਚੋ ਲੋਕਾਂ ਦੀ ਜਿਹੜੀ ਡਿਜ਼ਾਇਰ ਆ ਕਿ ਅਸੀਂ ਆਪਣੇ ਆਪ ਦੀ ਜ਼ਿੰਦਗੀ ਨੂੰ ਸਵਾਰੀਏ, ਉਹਨੂੰ ਵੇਚੋ, ਤਰੱਕੀ ਨੂੰ ਵੇਚੋ, ਵਧੀਆ ਇਨਸਾਨੀਅਤ ਨੂੰ, ਆਦਰਸ਼ਾਂ ਨੂੰ ਵੇਚੋ, ਤਾਂ ਕਿ ਲੋਕੀ ਤੁਹਾਡੇ ਆਦਰਸ਼ਾਂ ਵੱਲ ਵੇਖ ਕੇ ਤੁਹਾਨੂੰ ਪਛਾਣਨ ਕਿ ਹਾਂਜੀ ਇਹ ਧਰਮ ਵਧੀਆ ਵਾ, ਇਹ ਧਰਮ ਮਾੜਾ ਵਾ। ਹਰ ਧਰਮ ਜਿਹੜਾ ਵਾ ਉਹ ਵਧੀਆ ਹੀ ਸਿਖਾਉਂਦਾ ਵਾ। ਆਈ ਕੈਨ ਸਪੀਕ ਵਿਦ ਲੋਟ ਆਫ ਅਥੋਰਿਟੀ ਅਬਾਊਟ ਸਿੱਖਿਜ਼ਮ। ਮੇਰੇ ਵਾਈਫ ਜਿਹੜੇ ਆ ਉਹ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ, ਮੈਂ ਕ੍ਰਿਸਚਨ ਆ। ਸਾਡੇ ਦੋਨਾਂ ਦੇ ਵਿੱਚ ਕਦੀ ਕੋਈ ਭੇਦਭਾਵ ਨਹੀਂ ਆਇਆ। ਮੇਰਾ ਸਹੁਰਾ ਪਰਿਵਾਰ ਜਿਹੜਾ ਵਾ ਉਹ ਦ ਬੈਸਟ ਆਫ ਦ ਪੀਪਲਸ, ਇਹੀ ਜਿਹੜੇ ਆ ਵੀ ਬੈਸਟ ਆਫ ਦ ਪੀਪਲ। ਕਦੀ ਕੋਈ ਝਗੜਾ ਨਹੀਂ ਹੋਇਆ, ਕੋਈ ਕਿੱਲਤ ਨਹੀਂ ਹੋਈ, ਰਾਈਟ। ਇੱਦਾਂ ਹੀ ਸਾਰੇ ਰਹਿ ਸਕਦੇ ਆ। ਆਪਾਂ ਸਾਰੇ ਜਿਹੜੇ ਆ ਆਪਣੇ ਪਿਆਰ ਨੂੰ ਵੰਡੀਏ, ਆਪਣੀਆਂ ਜਿਹੜੀਆਂ ਸਾਂਝੀਆਂ ਚੀਜ਼ਾਂ ਵਾ ਉਹਨਾਂ ਨੂੰ ਅੱਗੇ ਵਧਾਈਏ। ਜਿੱਥੇ ਕਿਤੇ ਵੀ ਕੌਨਫਲਿਕਟ ਆਉਂਦਾ ਵਾ ਉਹ ਚੁੱਪ ਕਰਕੇ ਇੱਕ ਦਿਨ ਚੁੱਪ ਕਰਕੇ ਕੱਢ ਲਓ, ਕੋਈ ਫਰਕ ਨਹੀਂ ਪੈਂਦਾ। ਉਸੇ ਤਰ੍ਹਾਂ ਹੀ ਆਈ ਥਿੰਕ ਰਾਜਨੀਤੀ ਦੇ ਵਿੱਚ ਵੀ ਆਪਾਂ ਆ ਜਿਹੜਾ ਟਾਈਮ ਚੱਲਦਾ ਪਿਆ ਵਾ, ਇਹਨੂੰ ਧਰਮ ਤੋਂ ਪਰੇ ਜਾ ਕੇ ਤੇ ਤਰੱਕੀ ਵਾਲੇ, ਜਿਨ੍ਹਾਂ ਦਾ ਤਰੱਕੀ ਦਾ ਮੁੱਦਾ ਹੈਗਾ, ਉਹਨਾਂ ਨੂੰ ਵੋਟਾਂ ਪਾਈਏ। ਤੇ ਧਰਮ ਜਿਹੜਾ ਵਾ ਉਹ ਸਾਨੂੰ ਯੂਨਾਈਟ ਕਰੇ, ਪਰ ਉਹ ਸਾਨੂੰ ਵੱਖਰਾ ਨਾ ਕਰੇ। ਤੁਸੀਂ ਬਹੁਤ ਵਧੀਆ ਢੰਗ ਨਾਲ ਐਕਸਪਲੇਨ ਕੀਤਾ ਕਿ ਇਹ ਕੋਈ ਜ਼ਬਰਦਸਤੀ ਨਹੀਂ, ਇਹ ਹਰ ਇੱਕ ਬੰਦੇ ਦੀ ਆਪਣੀ ਚੁਆਇਸ ਹੈ। ਪਰ ਇਹ ਜਿਹੜਾ ਮੁੱਦਾ ਛਿੜਿਆ ਹੈ ਚੋਣਾਂ ਦੇ ਵਿੱਚ, ਸੋ ਮਾਝੇ ਦੀਆਂ ਕਿੰਨੀਆਂ ਇਹੋ ਜਿਹੀਆਂ ਸੀਟਾਂ ਨੇ ਜਿੱਥੇ ਕ੍ਰਿਸਚੀਅਨ ਜਿਹੜਾ ਭਾਈਚਾਰਾ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਇਹ ਸਵਾਲ ਤਾਂ ਤੁਹਾਡਾ ਫਿਰ ਚੋਣਾਂ ਦੇ ਵਿੱਚ ਹੀ ਹੈ। ਮੈਨੂੰ ਪਤਾ ਤੁਸੀਂ ਸਵਾਲ ਤੋਂ ਬਚਣਾ ਚਾਹੁੰਦੇ ਆ। ਤੀਨੋਂ ਸਾਹਿਬ ਅੱਜ ਆਪਾਂ ਬੈਠੇ ਆ ਇੱਥੇ ਸਿਰਫ ਐਜ਼ ਅ ਕ੍ਰਿਸਚੀਅਨ ਸਕਾਲਰ। ਅੱਜ ਰਾਜਨੀਤੀ ਨਹੀਂ ਹੁੰਦੀ ਨਹੀਂ ਆਪਾਂ ਜੀ, ਠੀਕ ਹੈ। ਇਹੋ ਹੀ ਚੀਜ਼ ਚਾਹੁੰਦੀ ਆ ਬੀਜੇਪੀ, ਇਹੋ ਹੀ ਚੀਜ਼ ਚਾਹੁੰਦੀ ਆ ਅਕਾਲੀ ਦਲ, ਇਹੋ ਹੀ ਚੀਜ਼ ਚਾਹੁੰਦੀ ਆ ਬਹੁਜਨ ਸਮਾਜ ਪਾਰਟੀ ਕਿ ਉਹ ਆਪਣੀਆਂ ਵੋਟਾਂ ਤੇ ਲੈ ਦੇਣ। ਅਕਾਲੀ ਦਲ ਕਹਿੰਦੇ ਇਹ ਸਿੱਖ ਵੋਟ ਲੈ ਦੇ, ਕਾਂਗਰਸ ਕਹਿ ਰਹੀ ਹੈ ਰਲੀ ਮਿਲੀ ਵੋਟ ਲੈ ਦਈਏ, ਤੇ ਟੀਨੂ ਸਾਹਿਬ ਕਹਿ ਰਹੇ ਕਿ ਬਰਨਾਰਡ ਕੁਝ ਵੋਟ ਦੇ। ਇਹ ਨਹੀਂ ਗੱਲ ਹੋਣੀ ਜੀ। ਚਲੋ ਠੀਕ ਹੈ ਜੀ। ਪਰ ਸਰ ਇਹਦੇ ਵਿੱਚ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ, ਠੀਕ ਹੈ, ਜਾਂਦੇ ਜਾਂਦੇ ਕੋਈ ਕ੍ਰਿਸਚੀਅਨ ਕਮਿਊਨਿਟੀ ਨੂੰ ਜਾਂ ਜਿਹੜੀ ਮਾਨਵਤਾ ਦੇ ਨਾਮ ਤੇ ਕੋਈ ਸੰਦੇਸ਼, ਮਾਨਵਤਾ, ਹਿਊਮੈਨਿਟੀ ਦੀ ਆਪਾਂ ਗੱਲ ਕਰੀਏ, ਇੱਕ ਆਮ ਲੋਕੀ ਜੋ ਇਹੋ ਜਿਹਾ ਪ੍ਰਚਾਰ ਕਰਦੇ ਨੇ, ਉਹਨਾਂ ਦੇ ਲਈ ਜਾਂਦੇ ਜਾਂਦੇ ਕੁਝ ਨਹੀਂ ਹੈ। ਸਰ ਮੈਂ ਤੇ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਜੇ ਤੁਸੀਂ ਕ੍ਰਿਸਚੀਅਨ ਜੇ ਤੇ ਵਧੀਆ ਕ੍ਰਿਸਚੀਅਨ ਬਣੋ, ਝੂਠੇ ਕ੍ਰਿਸਚੀਅਨ ਨਾ ਬਣੋ। ਜੇ ਤੁਸੀਂ ਸਿੱਖ ਜੇ ਤੇ ਵਧੀਆ ਸਿੱਖ ਬਣੋ, ਜੇ ਤੁਸੀਂ ਹਿੰਦੂ ਜੇ ਤੇ ਬਹੁਤ ਵਧੀਆ ਹਿੰਦੂ ਬਣੋ, ਤੇ ਜੇ ਤੁਸੀਂ ਮੁਸਲਮਾਨ ਜੇ ਤੇ ਇੱਕ ਐਗਜ਼ਾਮਪਲ ਸੈੱਟ ਕਰ ਦਿਓ। ਬਸ ਇਹ ਆਪਾਂ ਇਹਦੀ ਬਜਾਏ ਕਿ ਮੈਂ ਕਹਾਂ ਮੈਂ ਚੰਗਾ ਤੁਸੀਂ ਮਾੜੇ, ਇਹਦੀ ਬਜਾਏ ਕਹੋ ਵੀ ਮੈਂ ਹੀ ਆਪਣੇ ਆਪ ਨੂੰ ਸੁਧਾਰ ਲਾਂ
इंग्लिश की कहावत है कि मेक योरसेल्फ एन ऑनेस्ट मैन दैट देयर बी वन रास्कल और लेस इन द वर्ल्ड। स्टोरी इत्थे मुक्ति जी। ਇਹ ਸਨ ਸਾਡੇ ਨਾਲ ਡਾਕਟਰ ਬਰਨਾਰਡ ਮਲਿਕ ਜੀ। ਸਮਾਂ ਵੀ ਜਿਹੜਾ ਭੱਜਦਾ ਜਾਂਦਾ ਹੈ, ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਡਿਟੇਲ ਦੇ ਨਾਲ ਸਮਝਾਇਆ ਕਿ ਇਹਦੇ ਪਿੱਛੇ ਕੀ ਚੱਲ ਰਿਹਾ ਹੈ ਔਰ ਕੋਈ ਵੀ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਕਰਦਾ। ਸੋ ਸ਼ੁਕਰੀਆ ਡਾਕਟਰ ਸਾਹਿਬ ਟੀਵੀ ਏਸ਼ੀਆ ਤੇ ਆਉਣ ਲਈ। ਇਹ ਸਨ ਸਾਡੇ ਨਾਲ ਡਾਕਟਰ ਬਰਨਾਰਡ ਮਲਿਕ, ਜੋ ਕਿ ਕ੍ਰਿਸਚੀਅਨ ਐਕਟਿਵਿਸਟ ਵੀ ਰਹੇ ਨੇ ਔਰ ਕ੍ਰਿਸਚੀਅਨ ਹਿਊਮੈਨਿਟੀ ਦੇ ਨਾਲ ਜੁੜੇ ਹੋਏ ਨੇ। ਜੇ ਮੈਂ ਗੱਲ ਕਰਾਂ ਤੇ ਆਸਟ੍ਰੇਲੀਆ ਦੇ ਵਿੱਚ ਇੱਕੋ ਇੱਕ ਇਨਸਾਨ ਸੀ, ਕਿਸਾਨ ਜਦੋਂ ਧਰਨੇ ਤੇ ਬੈਠੇ ਸੀ ਦਿੱਲੀ ਦੇ ਵਿੱਚ, ਆਪਣੇ ਹੱਕਾਂ ਦੇ ਲਈ ਲੜ ਰਹੇ ਸੀ, ਜਿਹੜੇ ਉੱਥੇ ਸ਼ਹੀਦ ਹੋਏ ਸੀ, ਉਹਨਾਂ ਦੇ ਪਰਿਵਾਰਾਂ ਦੇ ਲਈ ਕੋਈ ਹੋਰ ਨਹੀਂ, ਇਸੇ ਕ੍ਰਿਸਚੀਅਨ ਕਮਿਊਨਿਟੀ ਦੇ ਵਿੱਚੋਂ ਡਾਕਟਰ ਬਰਨਾਰਡ ਮਲਿਕ ਨੇ ਬਾਂਹ ਖੜੀ ਕਰਕੇ ਕਿਹਾ ਸੀ ਕਿ ਅਗਰ ਕੋਈ ਵੀ ਬੱਚਾ, ਉਸ ਪਰਿਵਾਰ ਦਾ ਇੱਕ ਬੱਚਾ ਕੋਈ ਵੀ ਆਉਣਾ ਚਾਹੁੰਦਾ ਹੈ ਤੇ ਉਹ ਮੇਰੇ ਕਾਲਜ ਦੇ ਵਿੱਚ ਫ੍ਰੀ ਪੜ੍ਹ ਸਕਦਾ। ਸੋ ਇਹ ਇਸ ਗੱਲ ਦੇ ਲਈ ਟੀਵੀ ਏਸ਼ੀਆ ਉਹਨਾਂ ਇਸ ਗੱਲ ਦੀ ਦਾਦ ਦਿੰਦੇ ਹੋਏ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ। ਤੇ ਇੱਥੇ ਹੋਰ ਵੀ ਕਮਿਊਨਿਟੀ ਦੇ ਕੰਮ, ਫ੍ਰੀ ਫੂਡ, ਕਿਤੇ ਵੀ ਹੋਰ ਹਿਊਮੈਨਿਟੀ ਦੀ ਲੋੜ ਹੋਏ, ਡਾਕਟਰ ਬਰਨਾਰਡ ਮਲਿਕ ਜੀ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਦੋਸਤੋ, ਤੇ ਕੱਲ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ। ਅੱਜ ਜਿਹੜੀ ਗੱਲ ਡਾਕਟਰ ਸਾਹਿਬ ਨੇ ਨਹੀਂ ਕੀਤੀ, ਕੱਲ ਉਹ ਜ਼ਰੂਰ ਕਰਾਂਗੇ। ਸੋ ਸਿਆਸਤ ਦੀ ਗੱਲ ਹੈ ਤੇ ਜੁੜੇ ਰਹੋ ਟੀਵੀ ਏਸ਼ੀਆ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਸ਼ਬਾ ਖੈਰ, ਰੱਬ ਰੱਖਾ।